ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਹਿਓ ਓਨ ਹਮ ਹਿੰਦ ਪੈ ਆਈ, ਕਹਿਓ ਓਨ ਹਮ ਪੈ ਹਿੰਦ ਆਏ। ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਦੀ ਅਗਵਾਈ ਵਿੱਚ ਕੁਝ ਸਿੱਖ ਰਾਵੀ ਦਰਿਆ ਪਾਰ ਕਰ ਗਏ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਜਦੋਂ ਵੇਖਿਆ, ਤੰਬੂ ਲੱਗੇ ਹੋਏ ਵੇਖੇ, ਫੌਜਾਂ ਦੀਆਂ ਛਾਉਣੀਆਂ ਵੇਖੀਆਂ, ਤਾਂ ਸਿੱਖ ਝਾੜਾਂ ਦੇ ਵਿੱਚ ਛੁਪ ਗਏ ਤਾਂ ਜੋ ਦੁਸ਼ਮਣ ਨੂੰ ਪਹਿਲਾਂ ਵੇਖਿਆ ਜਾਵੇ ਕਿ ਕਰਦੇ ਕੀ ਹਨ, ਤਿਆਰੀ ਕਿੰਨੀ ਕੁ ਹੈ, ਕੀ ਇਹਨਾਂ ਦੀ ਪੋਜੀਸ਼ਨ ਹੈ। ਉਧਰ ਫੌਜ ਨੂੰ ਵੀ ਸ਼ੱਕ ਹੋਇਆ ਕਿ ਝਾੜਾਂ ਦੇ ਵਿੱਚ ਕੁਝ ਫੌਜ ਆਈ ਹੈ ਸਾਨੂੰ ਮਾਰਨ ਵਾਸਤੇ। ਪਹਿਲਾਂ ਤੇ ਏਦਾਂ ਲੱਗਾ ਜਿਵੇਂ ਪੰਜਾਬ ਤੋਂ ਲੋਕ ਆਏ ਹਨ, ਪਰ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਅਬਦਾਲੀ ਨੇ ਆਪਣੇ 12 ਹਜ਼ਾਰ ਦੇ ਜਿਹੜੇ 4 ਦਸਤੇ 4 ਟੁਕੜੀਆਂ ਬਣਾਈਆਂ ਸਨ, ਉਹਨਾਂ ਨੂੰ ਅੱਗੇ ਕੀਤਾ ਕਿ ਜਾ ਕੇ ਪਤਾ ਕਰੋ, ਤੇ ਉਹ ਪਤਾ ਕਰਕੇ ਹੈਰਾਨ ਹੋਏ ਤੇ ਆਪਣੇ ਵੱਲੋਂ ਕਹਿਣ ਲੱਗੇ ਅਬਦਾਲੀ ਨੂੰ ਕਿ ਬਾਦਸ਼ਾਹ ਕਹਿਓ ਓਨ ਹਮ ਪੈ ਹਿੰਦ ਆਈ। ਇਹ ਤੇ ਹਿੰਦੂ ਆ ਗਏ ਹਨ, ਹਿੰਦੂ ਤੋਂ ਭਾਵ ਕਿ ਹਿੰਦ ਵਾਸੀ ਆ ਗਏ ਹਨ, ਜਿਹੜੇ ਸਾਨੂੰ ਮਾਰਨ ਵਾਸਤੇ ਆਏ ਹਨ, ਸਾਡੇ ਤੇ ਹਮਲਾ ਕਰਨ ਵਾਸਤੇ ਆਏ ਹਨ। ਕਬ ਪਹੁੰਚੇ ਨ ਠਕਾਬਲ ਜਾਏ, ਕਬ ਪਹੁੰਚੇ ਨ ਠਕਾਬਲ ਜਾਏ। ਤੇ ਇੱਕੇ ਦਮ ਕਹਿਣ ਲੱਗੇ ਕਿ ਆਪਾਂ ਇਥੋਂ ਨੱਠ ਚੱਲੀਏ, ਭੱਜ ਚੱਲੀਏ, ਇਹ ਤੇ ਸਾਰਾ ਹਿੰਦੁਸਤਾਨ ਹੀ ਆ ਗਿਆ ਹੈ, ਇਹ ਤੇ ਸਾਰੇ ਹਿੰਦੁਸਤਾਨ ਦੇ ਵਾਸੀ ਹੀ ਆ ਗਏ ਹਨ, ਇਹਨਾਂ ਦਾ ਮੁਕਾਬਲਾ ਕਰਨਾ ਔਖਾ ਹੋ ਜਾਵੇਗਾ। ਜੇ ਆਪਾਂ ਹੁਣ ਪਿੱਛੇ ਨੂੰ ਭੱਜੀਏ ਤੇ ਕਾਬਲ ਵੀ ਨਹੀਂ ਪਹੁੰਚ ਸਕਦੇ, ਕਿਉਂਕਿ ਕਾਬਲ ਦੀ ਧਰਤੀ ਵੀ ਬੜੀ ਦੂਰ ਹੈ, ਇਸ ਕਰਕੇ ਕੋਈ ਨਾ ਕੋਈ ਸਾਨੂੰ ਹੁਣ ਉਪਰਾਲਾ ਕਰਨਾ ਚਾਹੀਦਾ ਹੈ। ਹਰ ਸ਼ਮਸ਼ੀਰ ਹੈ ਸਨਮੁਖ ਹੋਇਓ, ਹਰ ਸ਼ਮਸ਼ੀਰ ਹੈ ਸਨਮੁਖ ਹੋਇਓ। ਭਾਈ ਰਤਨ ਸਿੰਘ ਜੀ ਕਹਿੰਦੇ ਅਬਦਾਲੀ ਲਲਕਾਰ ਕੇ ਫਿਰ ਕਹਿੰਦਾ ਆਪਣੀਆਂ ਫੌਜਾਂ ਨੂੰ ਕਿ ਮੈਂ ਏਸ਼ੀਆ ਦਾ ਬਾਦਸ਼ਾਹ ਹਾਂ, ਭੱਜਦਾ ਹੋਇਆ ਚੰਗਾ ਨਹੀਂ ਲੱਗਦਾ, ਹਿੰਦੁਸਤਾਨ ਨੂੰ ਲੁੱਟਣ ਆਇਆ ਹਾਂ ਤੇ ਲੁੱਟ ਕੇ ਹੀ ਜਾਵਾਂਗਾ, ਰਾਜ ਸਥਾਪਿਤ ਕਰਕੇ ਹੀ ਜਾਵਾਂਗਾ। ਤੁਸੀਂ ਸ਼ਮਸ਼ੀਰਾਂ ਫੜ ਲਵੋ, ਮਿਆਨਾਂ ਚੋਂ ਤਲਵਾਰਾਂ ਕੱਢ ਲਵੋ, ਆਪਣੀਆਂ ਪੋਜੀਸ਼ਨਾਂ ਲੈ ਲਵੋ ਅਤੇ ਦੁਸ਼ਮਣ ਤੇ ਹਮਲਾ ਕਰਕੇ ਇਹਨਾਂ ਦਾ ਸਰਵਨਾਸ਼ ਕਰ ਦਵੋ। ਜਾ ਸਿੰਘਨ ਸੋ ਮੋਹਰੇ ਢੋਇਓ, ਜਾ ਸਿੰਘਨ ਸੋ ਮੋਹਰੇ ਢੋਇਓ। ਭਾਈ ਰਤਨ ਸਿੰਘ ਜੀ ਕਹਿੰਦੇ ਅਬਦਾਲੀ ਦੇ ਲਲਕਾਰ ਤੇ, ਅਬਦਾਲੀ ਦੇ ਤਾੜਨ ਤੇ ਅਬਦਾਲੀ ਦੀਆਂ ਫੌਜਾਂ ਸਿੰਘਾਂ ਦੇ ਮੂਹਰੇ ਹੋ ਗਈਆਂ, ਸਿੰਘਾਂ ਦੇ ਉੱਤੇ ਹਮਲਾ ਕਰਨ ਵਾਸਤੇ ਤਿਆਰ ਹੋ ਗਈਆਂ। ਸਿੰਘ ਸੋ ਥੋੜੇ ਥੇ ਲੰਗੇ, ਰਹੇ ਥੋੜੇ ਡੇਰੇ ਮਾਹੀ, ਸਿੰਘ ਸੋ ਥੋੜੇ ਥੇ ਲੰਗੇ, ਰਹੇ ਥੋੜੇ ਡੇਰੇ ਮਾਹੇ। ਭਾਈ ਰਤਨ ਸਿੰਘ ਜੀ ਕਹਿੰਦੇ ਸਿੱਖ ਭਾਈ ਸੁੱਖਾ ਸਿੰਘ ਦੀ ਅਗਵਾਈ ਵਿੱਚ ਥੋੜੇ ਹੀ ਰਾਵੀ ਦਰਿਆ ਪਾਰ ਕਰਕੇ ਆਏ ਸਨ, ਬਾਕੀ ਦੇ ਬਾਕੀ ਉਹ ਸਾਰੇ ਲਾਹੌਰ ਡੇਰਿਆਂ ਦੇ ਵਿੱਚ ਹੀ ਸਨ। ਕਿਛ ਨੱਠੇ ਕਿਛ ਗੈਲ ਗਏ, ਚੰਗੇ ਜੋ ਗਿਣਾਏ, ਕਿਛ ਨੱਠੇ ਕਿਛ ਗੈਲ ਗਏ, ਚੰਗੇ ਜੋ ਗਿਣਾਏ। ਇਹਨਾਂ ਵਿੱਚੋਂ ਵੀ ਜਿਹੜੇ ਭਾਈ ਸੁੱਖਾ ਸਿੰਘ ਜੀ ਦੇ ਨਾਲ ਆਏ ਸਨ ਰਾਵੀ ਦਰਿਆ ਲੰਘ ਕੇ, ਜਿਹੜੇ ਤੇ ਚੰਗੇ ਯੋਧੇ ਸੂਰਬੀਰ ਸਨ, ਉਹਨਾਂ ਨੇ ਤੇ ਭਾਈ ਸੁੱਖਾ ਸਿੰਘ ਦਾ ਸਾਥ ਦੇਣ ਵਾਸਤੇ ਤਿਆਰ ਬਰ ਤਿਆਰ ਹੋ ਗਏ, ਪਰ ਜਿਹੜੇ ਅਜੇ ਕੱਚੇ ਪਿੱਲੇ ਸਨ ਉਹ ਜਿਹੜੇ ਪਿੱਛੇ ਮੁੜ ਗਏ ਕਿ ਜਾਨ ਨਾਲੋਂ ਵੱਡਾ ਕੀ ਚੀਜ਼ ਹੈ, ਜਾਨ ਬਚਾਈ ਜਾਵੇ, ਨਾਲੇ ਉਹ ਗਿਣਤੀ ਵਿੱਚ ਜ਼ਿਆਦੇ ਹਨ, ਆਪਾਂ ਗਿਣਤੀ ਵਿੱਚ ਥੋੜੇ ਹਾਂ। ਸੁੱਖਾ ਸਿੰਘ ਫੌਜ ਆਵਤ ਜਾਨੀ, ਸੁੱਖਾ ਸਿੰਘ ਫੌਜ ਆਵਤ ਜਾਨੀ। ਭਾਈ ਸੁੱਖਾ ਸਿੰਘ ਨੇ ਵੇਖ ਲਿਆ ਕਿ ਫੌਜ ਸਾਡੇ ਵੱਲ ਨੂੰ ਆ ਰਹੀ ਹੈ, ਸੰਗ ਆਪਣੇ ਥੋੜੀ ਮਾਨੀ, ਸੰਗ ਆਪਣੇ ਥੋੜੀ ਮਾਨੀ। ਤੇ ਭਾਈ ਸੁੱਖਾ ਸਿੰਘ ਨੇ ਇਸ ਗੱਲ ਨੂੰ ਮਾਪ ਲਿਆ ਕਿ ਅਸੀਂ ਜਿਹੜਾ ਗਿਣਤੀ ਵਿੱਚ ਬਹੁਤ ਥੋੜੇ ਹਾਂ ਤੇ ਅਬਦਾਲੀ ਦੀ ਫੌਜ ਦੁਸ਼ਮਣ ਜਿਹੜਾ ਗਿਣਤੀ ਵਿੱਚ ਬਹੁਤ ਜ਼ਿਆਦਾ ਹੈ। ਮਨ ਮੈਂ ਕੀਓ ਵਿਚਾਰ, ਤਉਨ ਮਨ ਮੈਂ ਕੀਓ ਵਿਚਾਰ। ਭਾਈ ਸੁੱਖਾ ਸਿੰਘ ਫਿਰ ਇੱਕ ਮਨ ਦੇ ਵਿੱਚ ਵਿਚਾਰ ਕਰਦਾ ਹੈ। ਸਭੀ ਭਾਂਤ ਅਬ ਭਈ ਲਚਾਰ, ਸਭੀ ਭਾਂਤ ਅਬ ਭਈ ਲਚਾਰ। ਇਸ ਤਰ੍ਹਾਂ ਜਿਹੜਾ ਵਾ ਲਚਾਰੀ ਬਣ ਗਈ, ਇਸ ਤਰੀਕੇ ਨਾਲ ਜਿਹੜਾ ਭਾਈ ਸੁੱਖਾ ਸਿੰਘ ਦੇ ਉੱਤੇ ਮੁਸੀਬਤ ਆ ਪਈ। ਮੈਂ
ਸੋ ਕਰੂ ਲੜਾਈ। ਜੋ ਮੈਂ ਇਨਸੋ ਕਰੂੰ ਲੜਾਈ। ਭਾਈ ਸੁੱਖਾ ਸਿੰਘ ਵਿਚਾਰਦਾ ਕਿ ਜੇ ਮੈਂ ਇਸ ਦੁਸ਼ਮਣ ਦੇ ਨਾਲ ਜਾਂ ਅਬਦਾਲੀ ਦੀਆਂ ਫੌਜਾਂ ਨਾਲ ਲੜਾਈ ਕਰਦਾ ਵਾਂ, ਇਹਨਾਂ ਦਾ ਟਾਕਰਾ ਕਰਦਾ ਵਾਂ, ਇਹਨਾਂ ਤੇ ਹਮਲੇ ਕਰਦਾ ਵਾਂ, ਇਨ ਸੋ ਨਹਿ ਵਾਰੈ ਆਈ। ਸੋ ਇਨ ਸੋ ਨਹਿ ਵਾਰੇ ਆਈ। ਤੇ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਇਹਨਾਂ ਦੇ ਮੈਂ ਕਿੰਨਿਆਂ ਕੁ ਨੂੰ ਮਾਰਾਂਗਾ, ਕਿਉਂਕਿ ਇਹਨਾਂ ਨੂੰ ਮਾਰਦਿਆਂ ਹੋਇਆ ਇਹਨਾਂ ਨੂੰ ਮੁਕਾਇਆ ਨਹੀਂ ਜਾ ਸਕਦਾ, ਇਹ ਬਹੁਤ ਜ਼ਿਆਦੇ ਹਨ। ਇਹ ਆਟਾ ਹਮ ਹਿੱਸਾ ਲੂਣ। ਇਹ ਆਟਾ ਹਮ ਹਿੱਸਾ ਲੂਣ। ਇਹ ਆਟੇ ਦੇ ਬਰਾਬਰ ਹਨ ਤੇ ਅਸੀਂ ਵਿੱਚ ਲੂਣ ਦੇ ਬਰਾਬਰ ਹਾਂ। ਲੜਕੇ ਮਰਨ ਭਲੋ ਕਹਿ ਕੌਣ। ਲੜਕੇ ਮਰਨ ਭਲੋ ਕਹਿ ਕੌਣ। ਭਾਈ ਰਤਨ ਸਿੰਘ ਜੀ ਕਹਿੰਦੇ ਅਸੀਂ ਇਹਨਾਂ ਨਾਲ ਲੜ ਕੇ ਮਰੀਏ ਤਾਂ ਇਹ ਵੀ ਗੱਲ ਕਿਸੇ ਨੇ ਭਲੀ ਨਹੀਂ ਕਹਿਣੀ ਕਿ ਥੋੜੇ ਸਨ ਲੜ ਕੇ ਮਰ ਗਏ, ਜਿਹੜਾ ਵਾ ਇਹ ਕਿਸੇ ਨੇ ਭਲੀ ਗੱਲ ਨਹੀਂ ਕਹਿਣੀ, ਇਹ ਕਿਸੇ ਨੇ ਚੰਗੀ ਗੱਲ ਨਹੀਂ ਕਹਿਣੀ। ਜੇ ਅਬ ਹਮ ਜਾਵਾਂਗੇ ਭਾਜ। ਜੇ ਅਬ ਹਮ ਜਾਵਾਂਗੇ ਭਾਜ। ਪਰ ਜੇ ਅਸੀਂ ਹੁਣ ਪਿੱਛੇ ਨੂੰ ਭੱਜਦੇ ਹਾਂ, ਫਿਰ ਰਾਵੀ ਦਰਿਆ ਪਾਰ ਕਰ ਜਾਣੇ ਹਾਂ। ਸਿੰਘਨ ਮੈਂ ਆਵੇ ਲਾਜ। ਤੋ ਸਿੰਘਨ ਮੈਂ ਆਵੇ ਲਾਜ। ਤੇ ਫਿਰ ਉਹਨੂੰ ਸਿੱਖਾਂ ਦੇ ਵਿੱਚ ਜਿਹੜਾ ਵਾ ਉਹ ਸ਼ਰਮ ਲੱਜਿਆ ਦਾ ਸਾਹਮਣਾ ਕਰਨਾ ਪਵੇਗਾ। ਸਿੱਖਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ, ਸ਼ਰਮਿੰਦਗੀ ਝੱਲਣੀ ਪਵੇਗੀ। ਬਾਤ ਬੁਰੀ ਦਿਨ ਦੋ ਵਿਚਾਰੇ। ਬਾਤ ਬੁਰੀ ਦਿਨ ਦੋ ਵਿਚਾਰੇ। ਦੋਵੇਂ ਗੱਲਾਂ ਹੀ ਬੁਰੀਆਂ ਹਨ, ਕਿਉਂਕਿ ਇੱਕ ਗਿਣਤੀ ਥੋੜੀ ਹੈ ਤੇ ਦੂਜਾ ਜੇ ਵਾਪਸ ਮੁੜਦੇ ਹਾਂ ਤਾਂ ਫਿਰ ਇਹ ਵੀ ਗੱਲ ਮਾੜੀ ਹੈ ਕਿ ਸਿੱਖ ਵਾਪਸ ਆ ਗਏ। ਤੇ ਜੇ ਦੁਸ਼ਮਣ ਨਾਲ ਲੜਦੇ ਹਾਂ ਤਾਂ ਦੁਸ਼ਮਣ ਨਾਲ ਲੜਦੇ ਹਾਂ ਮੌਤ ਨੂੰ ਹੀ ਗੱਲ ਲਾਉਣਾ ਪੈਣਾ ਹੈ। ਮੈਂ ਲੜ ਮਰੋ ਸੋ ਭਲੀ ਵਿਚਾਰੀ। ਮੈਂ ਲੜ ਮਰੋ ਸੋ ਭਲੀ ਵਿਚਾਰੀ। ਫਿਰ ਅਖੀਰ ਭਾਈ ਸੁੱਖਾ ਸਿੰਘ ਨੇ ਇਹ ਫੈਸਲਾ ਕੀਤਾ ਕਿ ਭੱਜਣ ਨਾਲੋਂ ਚੰਗਾ ਹੈ ਕਿ ਮੌਤ ਨੂੰ ਗਲੇ ਲਾ ਲਿਆ ਜਾਵੇ। ਲੋਕੀ ਕੀ ਕਹਿਣਗੇ ਉਹਦੀ ਪਰਵਾਹ ਨਹੀਂ, ਪਰ ਸਿੱਖ ਪੰਥ ਦੀ ਜਿਹੜੀ ਚੜ੍ਹਦੀ ਕਲਾ ਵਿੱਚ ਖੜਨ ਵਾਸਤੇ, ਗੁਰੂ ਦੇ ਉਸੂਲਾਂ ਵਾਸਤੇ ਜਿਹੜਾ ਮੌਤ ਨੂੰ ਹੀ ਗੱਲ ਲਾਉਣਾ ਬਿਹਤਰ ਹੈ। ਇਸ ਕਰਕੇ ਇਹ ਗੱਲ ਜਿਹੜੀ ਸੁੱਖਾ ਸਿੰਘ ਨੇ ਵਿਚਾਰ ਲਈ ਕਿ ਮੈਂ ਲੜ ਕੇ ਮਰ ਜਾਵਾਂਗਾ ਜਾਂ ਦੁਸ਼ਮਣ ਨੂੰ ਮਾਰ ਦਵਾਂਗਾ, ਪਰ ਹੁਣ ਮੈਂ ਪਿੱਛੇ ਨੂੰ ਪੈਰ ਨਹੀਂ ਕਰਾਂਗਾ। ਪਾਛੇ ਪਾਉ ਨਾ ਪਾਇਓ ਟਿਕ ਸਿੰਘਨ ਸੋ ਕਹਿ ਦੀਨ। ਪਾਛੇ ਪਾਉ ਨਾ ਪਾਇਓ ਟਿਕ ਸਿੰਘਨ ਸੋ ਕਹਿ ਦੀਨ। ਭਾਈ ਸੁੱਖਾ ਸਿੰਘ ਜੀ ਕਹਿ ਲੱਗੇ, ਖਾਲਸਾ ਜੀ ਮੈਂ ਫੈਸਲਾ ਕਰ ਚੁੱਕਿਆ, ਮੈਂ ਇਰਾਦਾ ਕਰ ਲਿਆ ਹੈ ਕਿ ਮੈਂ ਹੁਣ ਪਿੱਛੇ ਨੂੰ ਪੈਰ ਨਹੀਂ ਕਰਾਂਗਾ, ਅੱਗੇ ਨੂੰ ਪੈਰ ਵਧਾਵਾਂਗਾ ਦੁਸ਼ਮਣ ਵੱਲ ਨੂੰ। ਬਾਕੀ ਤੁਹਾਡੀ ਰਹੀ, ਤੁਸੀਂ ਕੀ ਕਰਨਾ ਚਾਹੁੰਦੇ ਜੇ ਆਪਣਾ ਫੈਸਲਾ ਸੁਣਾ ਦਿਓ, ਪਰ ਮੈਂ ਤੇ ਹੁਣ ਪੂਰਾ ਫੈਸਲਾ ਕਰ ਲਿਆ ਹੈ। ਪਾਛੇ ਪਾਉ ਨਾ ਪਾਇਓ। ਹੁਣ ਮੈਂ ਪਿੱਛੇ ਨੂੰ ਪੈਰ ਨਹੀਂ ਕਰਾਂਗਾ, ਕਿਉਂਕਿ ਹੁਣ ਮੈਂ ਅੱਗੇ ਨੂੰ ਹੀ ਪੈਰ ਵਧਾਵਾਂਗਾ। ਕਿਉਂਕਿ ਜਦੋਂ ਮਨੁੱਖ ਕੋਈ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ, ਕਿਸੇ ਚੀਜ਼ ਦਾ ਇਰਾਦਾ ਕਰ ਲਵੇ ਤੇ ਉਸ ਮੰਜ਼ਿਲ ਤੇ ਪਹੁੰਚਣ ਵਾਸਤੇ ਕਈ ਮੁਸ਼ਕਲਾਂ ਜਿਹੜੀਆਂ ਆਉਣੀਆਂ ਇਹ ਸੁਭਾਵਿਕ ਹਨ। ਵੈਸੇ ਉਹਨੂੰ ਜਿਹੜਾ ਮੰਜ਼ਿਲ ਵੀ ਨਹੀਂ ਕਿਹਾ ਜਾ ਸਕਦਾ ਜਿਸ ਮੰਜ਼ਿਲ ਤੇ ਪਹੁੰਚਣ ਵਾਸਤੇ ਮੁਸ਼ਕਲਾਂ ਨਾ ਹੋਣ। ਮੰਜ਼ਿਲ ਹੁੰਦੀ ਹੀ ਉਹ ਹੈ ਜਿਨ੍ਹਾਂ ਦੇ ਵਿੱਚ ਮੁਸ਼ਕਲਾਂ ਹੋਣ, ਔਕੜਾਂ ਹੋਣ, ਕਈਆਂ ਦਾ ਸਾਹਮਣਾ ਕਰਨਾ ਪਵੇ, ਦੁੱਖਾਂ ਨਾਲ ਲੜਨਾ ਪਵੇ, ਮੁਸ਼ਕਲਾਂ ਨਾਲ ਲੜਨਾ ਪਵੇ। ਮੰਜ਼ਿਲ ਵੀ ਉਹਨੂੰ ਕਿਹਾ ਜਾਂਦਾ ਹੈ ਤੇ ਉਸ ਨੂੰ ਕਦੀ ਮੰਜ਼ਿਲ ਕਿਹਾ ਹੀ ਨਹੀਂ ਜਾ ਸਕਦਾ ਜਿਹੜਾ ਰੁਕਾਵਟ ਤੋਂ, ਬਿਨਾ ਮੁਸ਼ਕਲ ਤੋਂ, ਬਿਨਾ ਦੁੱਖ ਤੋਂ ਜਿਹੜਾ ਵਾ ਉਹ ਜਿਹੜਾ ਮੰਜ਼ਿਲ ਤੇ ਕੋਈ ਪਹੁੰਚ ਜਾਵੇ ਉਹਨੂੰ ਜਿਹੜਾ ਮੰਜ਼ਿਲ ਨਹੀਂ ਕਿਹਾ ਜਾਂਦਾ। ਮੰਜ਼ਿਲ ਹੈ ਹੀ ਉਹ ਜਿਹੜਾ ਵਾ ਮਨ ਦੇ ਨਾਲ ਲੜਦਿਆਂ ਹੋਇਆ ਇਰਾਦਾ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। ਤੇ ਸਤਿਗੁਰੂ ਜੀ ਦੀ ਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਹੈ ਭਗਤ ਕਬੀਰ ਜੀ ਦਾ, ਪਾਛੇ ਪਾਉ ਨਾ ਕੀਜੀਏ ਆਗੇ ਹੋਏ ਸੋ ਹੋਏ। ਪਿੱਛੇ ਨੂੰ ਪੈਰ ਨਹੀਂ ਕਰਨਾ, ਅੱਗੇ ਹੁੰਦਾ ਹੈ ਜੋ ਹੋ ਜਾਵੇ। ਅੱਗੇ ਫਾਇਦਾ ਹੁੰਦਾ ਹੈ, ਨੁਕਸਾਨ ਹੁੰਦਾ ਹੈ, ਉਹ ਵੇਖੀ ਜਾਵੇਗੀ, ਉਹ ਜੋ ਹੁੰਦਾ ਹੋ ਜਾਵੇ। ਪਰ ਇੱਕ ਵਾਰੀ ਜੇ ਇਰਾਦਾ ਕਰ ਲਿਆ ਕਿ ਆਹ ਕੰਮ ਕਰਨਾ ਹੈ, ਪਰ ਉਸ ਕੰਮ ਨੂੰ ਕਰਨ ਵਾਸਤੇ ਜਿਹੜਾ ਵਾ ਜੋ ਅੱਗੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਤੇ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਹੋਇਆ ਮੰਜ਼ਿਲ ਤੇ ਹੀ ਪਹੁੰਚਣਾ ਚਾਹੀਦਾ ਹੈ। ਕਿਉਂਕਿ ਇਹ ਮਨੁੱਖ ਦੇ ਜਿਹੜੇ ਜੋ ਪ੍ਰਣ ਕਰ ਲੈਂਦਾ ਹੈ ਉਸ ਪ੍ਰਣ ਨੂੰ ਪੂਰਾ ਕਰ ਲੱਗਿਆ ਕਦੀ ਮਨੁੱਖ ਨੂੰ ਪਿੱਛਾ ਨਹੀਂ ਵੇਖਣਾ ਚਾਹੀਦਾ ਕਿ ਪਿੱਛੇ ਮੁੜ ਜਾਈਏ। ਹੁਣ ਅੱਗਾ ਵੇਖਣਾ ਚਾਹੀਦਾ ਹੈ, ਅੱਗੇ ਨੂੰ ਹੀ ਤੁਰਦੇ ਰਹਿਣਾ ਚਾਹੀਦਾ ਹੈ। ਤੇ ਭਾਈ ਰਤਨ ਸਿੰਘ ਜੀ ਕਹਿੰਦੇ, ਸੁੱਖਾ ਸਿੰਘ ਕਹਿੰਦਾ, ਖਾਲਸਾ ਜੀ ਮੈਂ ਤੇ ਹੁਣ ਇਰਾਦਾ ਕਰ ਲਿਆ ਹੈ, ਭਾਵੇਂ ਗਿਣਤੀ ਵਿੱਚ ਫੌਜ ਬਹੁਤ ਜ਼ਿਆਦੀ ਹੈ, ਪਰ ਮੈਂ ਹੁਣ ਪਿੱਛੇ ਨੂੰ ਪੈਰ ਨਹੀਂ ਕਰਾਂਗਾ। ਮੈਂ ਹੁਣ ਅੱਗੇ ਨੂੰ ਪੈਰ ਵਧਾਵਾਂਗਾ। ਮਰਨਾ ਪੈ ਜਾਵੇ ਕੋਈ ਗੱਲ ਨਹੀਂ,
ਪਰ ਮੈਂ ਹੁਣ ਅੱਗੇ ਨੂੰ ਹੀ ਜਾਵਾਂਗਾ। ਹੁਣ ਤੁਹਾਡੀ ਮਰਜ਼ੀ ਹੈ, ਇਹ ਮੈਂ ਤੁਹਾਨੂੰ ਸੁਣਾ ਦਿੱਤਾ ਹੈ। यहाँ शहीद हम होएंगे लड़कर मजबे दीन। इहाँ शहीद हम होएंगे लार कर मजबे जीण, क्योंकि मैं ਇੱਥੇ ਧਰਮ ਦੇ ਵਾਸਤੇ ਲੜਦਿਆਂ ਹੋਇਆ ਸ਼ਹੀਦੀ ਪਾਉਣ ਵਾਸਤੇ ਵੀ ਤਿਆਰ ਹਾਂ, ਸ਼ਹੀਦ ਹੋਣ ਵਾਸਤੇ ਵੀ ਤਿਆਰ ਹਾਂ, ਪਰ ਮੈਂ ਹੁਣ ਧਰਮ ਤੋਂ ਮੁੱਖ ਨਹੀਂ ਮੋੜ ਸਕਦਾ। ਇਸ ਕਰਕੇ ਮੈਂ ਹੁਣ ਆ ਫੈਸਲਾ ਕੀਤਾ ਹੈ। कहयो सुखा सिंह साथ निवार। ਕਹਿਓ ਸੁੱਖਾ ਸਿੰਘ ਸਾਥ ਨਿਵਾਰ। ਭਾਈ ਸੁੱਖਾ ਸਿੰਘ ਜੀ ਨੇ ਇਹ ਗੱਲ ਆਪਣੇ ਸਾਥੀਆਂ ਨੂੰ, ਆਪਣੇ ਜਥੇ ਨੂੰ ਸੁਣਾ ਦਿੱਤੀ। जिद रखनी मुड़ जह पार। ਜਿਨ ਜਿੱਦ ਰੱਖਣੀ ਮੁੜ ਜਾ ਪਾਰ। ਜਿਸ ਨੇ ਆਪਣੀ ਜ਼ਿੰਦਗੀ ਰੱਖਣੀ ਹੈ, ਜਿਹਨੂੰ ਆਪਣੀ ਜਾਨ ਪਿਆਰੀ ਹੈ, ਉਹ ਜਿਹੜਾ ਪਾਸੇ ਉਹ ਵਾਪਸ ਮੁੜ ਸਕਦਾ ਹੈ। ਉਹ ਰਾਵੀ ਦਰਿਆ ਨੂੰ ਫਿਰ ਪਾਰ ਕਰਕੇ ਪਰਲੇ ਬੰਨੇ ਜਾ ਸਕਦਾ ਹੈ। सिंगन कहयो हम किम नठ जाहि। ਸਿੰਘਣ ਕਹਿਓ ਹਮ ਕਿਮ ਨਠ ਜਾਹੀ। ਸਿੱਖਾਂ ਭਾਈ ਸੁੱਖਾ ਸਿੰਘ ਦੇ ਸਾਥੀ ਕਹਿ ਲੱਗੇ, ਭਾਈ ਜੀ ਅਸੀਂ ਵੀ ਤੁਹਾਡਾ ਸਾਥ ਹੀ ਦੇਵਾਂਗੇ। ਜੇ ਤੁਸੀਂ ਜਿਹੜਾ ਫੈਸਲਾ ਕਰ ਲਿਆ ਮਰਨ ਮਰਾਉਣ ਦਾ, ਤੇ ਅਸੀਂ ਵੀ ਤੁਹਾਡੇ ਨਾਲ ਮਰਨ ਮਰਾਉਣ ਦੇ ਤੱਕ ਹੀ ਨਾਲ ਸਾਥ ਦੇਵਾਂਗੇ। ਜਾਂ ਮਰਾਂਗੇ ਜਾਂ ਮਾਰਾਂਗੇ, ਪਰ ਤੁਹਾਡਾ ਸਾਥ ਛੱਡ ਕੇ ਨਹੀਂ ਜਾਵਾਂਗੇ। साथ तो साडे सुनहरे खाही। ਸਾਥ ਤੁਹਾਡੇ ਸੁਨਹਿਰੇ ਖਾਹੀ। ਤੁਹਾਡੇ ਨਾਲ ਰਹਿ ਕੇ ਹੀ ਅਸੀਂ ਜਿਹੜਾ ਵਾ ਅੰਮ੍ਰਿਤ ਛਕਿਆ ਹੈ, ਇੱਕੇ ਬਾਟੇ ਵਿੱਚੋਂ ਅੰਮ੍ਰਿਤ ਛਕਿਆ, ਇੱਕੇ ਜਥੇ ਵਿੱਚ ਰਹੇ ਹਾਂ। ਤੇ ਜੇ ਹੁਣ ਮਰਨ ਦਾ ਸਮਾਂ ਆ ਗਿਆ, ਆਪਾਂ ਇੱਕੇ ਵਾਰੀ ਇਕੱਠੇ ਹੀ ਮਰਾਂਗੇ। शहीदी साथ कमावे। ਅਸੀਂ ਸ਼ਹੀਦੀ ਸਾਥ ਕਮਾਵੇ। ਅਸੀਂ ਤੁਹਾਡੇ ਨਾਲ ਹੀ ਸ਼ਹੀਦੀ ਕਮਾਵਾਂਗੇ, ਤੁਹਾਡੇ ਨਾਲ ਹੀ ਸ਼ਹੀਦੀ ਦਾ ਲਕਬ ਲਵਾਂਗੇ। शहीदन में डेरा पावे। ਸ਼ਹੀਦਨ ਮੈਂ ਡੇਰਾ ਪਾਵੇ, ਤੇ ਸ਼ਹੀਦਾਂ ਦੇ ਵਿੱਚ ਅਸੀਂ ਵੀ ਆਪਣਾ ਡੇਰਾ ਆਪਣਾ ਨਾਲ ਖਾ ਦਵਾਂਗੇ। जस गौरियो थो फुफड़ हमारा। ਜਸ ਗੌਰੀਓ ਸੋ ਫੁੱਫੜ ਹਮਾਰਾ। ਭਾਈ ਰਤਨ ਸਿੰਘ ਜੀ ਕਹਿੰਦੇ, ਭਾਈ ਸੁੱਖਾ ਸਿੰਘ ਦੇ ਜਥੇ ਵਿੱਚ ਮੇਰਾ ਸਗਾ ਫੁੱਫੜ ਜਿਹਦਾ ਨਾਮ ਜਸ ਗੌਰੀਓ ਸੀ, ਉਹ ਵੀ ਜਿਹੜਾ ਭਾਈ ਸੁੱਖਾ ਸਿੰਘ ਦੇ ਜਥੇ ਵਿੱਚ ਸ਼ਾਮਲ ਸੀ। मुड़ियो वह बाल विचारा। ਨਹਿ ਮੁੜਿਓ ਵੈ ਬਾਲ ਵਿਚਾਰਾ। ਉਹ ਨਿੱਕੀ ਉਮਰ ਦਾ ਸੀ, ਤੇ ਉਹਨੂੰ ਭਾਈ ਸੁੱਖਾ ਸਿੰਘ ਨੇ ਕਿਹਾ ਸੀ ਕਿ ਤੂੰ ਮੁੜ ਜਾ, ਤੇਰੀ ਉਮਰ ਅਜੇ ਲੜਨ ਵਾਲੀ ਨਹੀਂ ਹੈ, ਤੂੰ ਹੁਣ ਹਜੇ ਵਾਪਸ ਜਾ। ਤੂੰ ਜਿਹੜਾ ਗਾਂ ਤੈਨੂੰ ਜਦੋਂ ਮੌਕਾ ਮਿਲੇਗਾ, ਉਦੋਂ ਤੂੰ ਜਿਹੜਾ ਵਾ ਲੜ ਮਰ ਕੇ ਜਿਹੜਾ ਸ਼ਹੀਦ ਹੋ ਸਕਦਾ ਵਾ, ਪਰ ਹਜੇ ਇਸ ਵਕਤ ਤੇਰੀ ਉਮਰ ਨਿਆਣੀ ਹੈ। ਤੇ ਅੱਗੇ ਉਹ ਜਿਹੜਾ ਫੁੱਫੜ ਸੀ ਭਾਈ ਰਤਨ ਸਿੰਘ ਦਾ, ਉਹ ਕਹਿਣ ਲੱਗਾ, ਭਾਈ ਜੀ ਉਮਰ ਭਾਵੇਂ ਨਿਆਣੀ ਹੈ ਕੋਈ ਗੱਲ ਨਹੀਂ, ਪਰ ਇਰਾਦੇ ਮੇਰੇ ਵੀ ਤੁਹਾਡੇ ਵਰਗੇ ਹਨ। ਜੇ ਤੁਸੀਂ ਫੈਸਲਾ ਕੀਤਾ ਮਰਨ ਮਰਾਉਣ ਦਾ, ਤੇ ਫੈਸਲਾ ਮੈਂ ਵੀ ਤੁਹਾਡੇ ਨਾਲ ਹੀ ਮਰਨ ਮਰਾਉਣ ਦਾ ਹੀ ਕਰਾਂਗਾ। पिता हमारा उन दयो मुड़ाया। ਪਿਤਾ ਹਮਾਰਾ ਹੁਣ ਦਇਓ ਮੜਵਾਇਆ। ਭਾਈ ਰਤਨ ਸਿੰਘ ਜੀ ਦਾ ਪਿਤਾ ਰਾਏ ਸਿੰਘ, ਉਹ ਵੀ ਇਸ ਜਥੇ ਵਿੱਚ ਸੀ, ਤੇ ਉਹਦੀ ਉਮਰ ਉਹਦੇ ਨਾਲੋਂ ਵੀ ਛੋਟੀ ਸੀ। ਭਾਈ ਰਤਨ ਸੁੱਖਾ ਸਿੰਘ ਜੀ ਨੇ ਭਾਈ ਰਤਨ ਸਿੰਘ ਦੇ ਪਿਓ ਨੂੰ, ਭਾਵ ਕਿ ਰਾਏ ਸਿੰਘ ਨੂੰ, ਉਹਨੂੰ ਜਿਹੜਾ ਮੋੜ ਦਿੱਤਾ ਕਿ ਤੇਰਾ ਜਿਹੜਾ ਵਾ ਇੱਥੇ ਲੜਨ ਦਾ ਕੋਈ ਲਾਭ ਨਹੀਂ ਹੈ। ਤੂੰ ਜਿਹੜਾ ਹਜੇ ਪੰਥ ਵਾਸਤੇ ਹੋਰ ਕਈ ਕੰਮ ਕਰਨੇ ਹਨ, ਜਿਸ ਕਰਕੇ ਤੇਰਾ ਬਚਣਾ ਜ਼ਰੂਰੀ ਹੈ। ਤੂੰ ਜਿਹੜਾ ਵਾ ਆਪਣੇ ਜਥੇ ਦੇ ਵਿੱਚ ਵਾਪਸ ਮੁੜ ਜਾ, ਤੈਨੂੰ ਜਿਹੜਾ ਇੱਥੇ ਲੜਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। श्याम सिंह पास खलोया। ਆ ਸ਼ਾਮ ਸਿੰਘ ਪਾਸ ਖਲੋਆ। ਤੇ ਭਾਈ ਸ਼ਾਮ ਸਿੰਘ ਜਿਹੜਾ ਭਾਈ ਸੁੱਖਾ ਸਿੰਘ ਜੀ ਦਾ ਪਾਲਤੂ ਪਿਓ ਹੈ, ਜਿਸ ਨੇ ਭਾਈ ਸੁੱਖਾ ਸਿੰਘ ਨੂੰ ਪਾਲਿਆ ਹੋਇਆ ਸੀ, ਉਹਦੇ ਕੋਲ ਜਾ ਕੇ ਕਹਿੰਦੇ, ਮੇਰਾ ਪਿਤਾ ਰਾਏ ਸਿੰਘ ਖਲੋ ਗਿਆ। इतने मैं फौज पहुंची आए। ਇਤਨੇ ਮੈਂ ਫੌਜ ਪਹੁੰਚੀ ਆਈ। ਇਹਨੇ ਨੂੰ ਅਬਦਾਲੀ ਦੀਆਂ ਫੌਜਾਂ ਉਹ ਸੁੱਖਾ ਸਿੰਘ ਅਤੇ ਸਿੱਖਾਂ ਦੇ ਨੇੜੇ ਪਹੁੰਚ ਗਈਆਂ। सिंगन दे घोड़े रलाए। ਮੁੜ ਸਿੰਘਣ ਦੇ ਘੋੜੇ ਰਲਾਏ। ਤੇ ਭਾਈ ਸੁੱਖਾ ਸਿੰਘ ਜੀ ਹੋਣਾ ਨੇ ਅਰਦਾਸਾ ਸੋਧ ਕੇ ਆਪਣੇ ਘੋੜਿਆਂ ਨੂੰ ਅੱਡੀਆਂ ਲਾਈਆਂ, ਅਤੇ ਅਬਦਾਲੀ ਦੀਆਂ ਫੌਜਾਂ ਨੂੰ ਮਾਰਨ ਵਾਸਤੇ ਕੂਚ ਕਰ ਦਿੱਤਾ। बंदूक तीर तलवार चलाई। ਬੰਦੂਕ ਤੀਰ ਤਲਵਾਰ ਚਲਾਈ। ਦੋਵਾਂ ਬੰਨਿਆਂ ਤੋਂ ਤੀਰ, ਬੰਦੂਕਾਂ, ਤਲਵਾਰਾਂ, ਨੇਜੇ ਸਾਰਾ ਕੁਝ ਚੱਲਣ ਲੱਗ ਪਿਆ। आवत गिरजे दए हटाई। ਆਵਤ ਗਿਰਜੇ ਦਏ ਹਟਾਈ। ਕਿਉਂਕਿ ਅਬਦਾਲੀ ਦੇ ਜਿਹੜੇ 4 ਟੁਕੜੇ ਸਨ, 4 ਦਸਤੇ ਸਨ 12-12 ਹਜ਼ਾਰ ਦੇ,
ਉਹਨਾਂ ਵਿੱਚੋਂ ਉਹਨੇ ਪਹਿਲਾ ਦਸਤਾ ਭੇਜਿਆ ਸੀ 12000 ਦਾ। ਇੱਕ ਬੰਨੇ 12000 ਦੇ ਕਰੀਬ ਫੌਜ ਹੈ ਤੇ ਇੱਕ ਬੰਨੇ ਸਿਰਫ ਗਿਣਤੀ ਦੇ ਸਿੱਖ ਹਨ। ਤੇ ਸਿੱਖਾਂ ਨੇ ਇੰਨੀ ਫੁਰਤੀ ਦੇ ਨਾਲ ਲੜਿਆ ਭਾਈ ਸੁੱਖਾ ਸਿੰਘ ਦੀ ਅਗਵਾਈ ਵਿੱਚ, ਭਾਵੇਂ ਕਈਆਂ ਨੂੰ ਸ਼ਹਾਦਤ ਦਾ ਜਾਮ ਪੀਣਾ ਪੈ ਗਿਆ, ਪਰ ਕਈ ਘੰਟਿਆਂ ਦੀ ਲੜਾਈ ਪਿੱਛੋਂ ਇਸ ਪਹਿਲੇ ਦਸਤੇ ਨੂੰ ਅਖੀਰ ਮੋੜਨਾ ਪੈ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਨਾਲ ਲੜਨਾ ਔਖਾ ਹੈ ਇਸ ਵਕਤ, ਜਿਸ ਕਰਕੇ ਅਹਿਮਦ ਸ਼ਾਹ ਅਬਦਾਲੀ ਦਾ ਪਹਿਲਾ ਦਸਤਾ ਕਾਫੀ ਮਾਤਰਾ ਵਿੱਚ ਨੁਕਸਾਨ ਕਰਾ ਕੇ ਉਹ ਵਾਪਸ ਮੁੜ ਗਿਆ। ਖੜਕਰ ਲੜੇ ਨਾ ਆਏ ਚੱਲ। ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਨੇ ਅੱਗੇ ਖੜ ਕੇ ਲੜਿਆ ਨਹੀਂ, ਸਗੋਂ ਆਪਣੀ ਜਾਨ ਬਚਾਉਂਦੇ ਹੋਏ ਬਹੁਤ ਸਾਰੇ ਜਿਹੜੇ ਦੁਸ਼ਮਣ ਦੇ ਫੌਜੀ ਸਨ ਉਹ ਵਾਪਸ ਮੁੜ ਗਏ। ਚੁੱਕ ਗਏ ਸਿੰਘ ਜਾਤੇ ਗੱਲ। ਭਾਈ ਰਤਨ ਸਿੰਘ ਜੀ ਕਹਿੰਦੇ ਅਬਦਾਲੀ ਇਹ ਭੁੱਲ ਚੁੱਕਿਆ ਸੀ ਕਿ ਇਹ ਅਸਲ ਵਿੱਚ ਜਿਹੜੇ ਪੰਜਾਬ ਦੇ ਰਹਿਣ ਵਾਲੇ ਉਹ ਖਾਲਸਾ ਸਿੱਖ ਹਨ, ਜਿਨ੍ਹਾਂ ਨੇ ਕਈ ਵਾਰੀ ਮੈਨੂੰ ਜੀ ਆਇਆ ਵੀ ਕਿਹਾ ਹੈ ਤੇ ਜਾਣ ਲੱਗਿਆ ਵੀ ਮੇਰਾ ਸਵਾਗਤ ਕੀਤਾ ਹੈ। ਇਹ ਉਹ ਸਿੱਖ ਹਨ ਤੇ ਉਹਨਾਂ ਸਿੱਖਾਂ ਨੂੰ ਮਾਰਨ ਵਾਸਤੇ ਇੱਕ ਟੁਕੜਾ ਭੇਜਿਆ, ਜਿਨ੍ਹਾਂ ਨੂੰ ਸਿੱਖਾਂ ਨੇ ਜਿਹੜਾ ਵਾ ਉਹ ਭਜਾ ਦਿੱਤਾ, ਉਹਨਾਂ ਦਾ ਨੁਕਸਾਨ ਕਰਕੇ ਮੋੜ ਦਿੱਤਾ। ਇੱਕ ਦਸਤੋ ਦਿਓ ਮੋੜ ਤਿੰਨ ਮਗਰੋਂ ਆਇਓ ਚੌਣ। ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਦਸਤਾ ਦੇ ਸਿੱਖਾਂ ਨੇ ਮੋੜ ਦਿੱਤਾ, ਫਿਰ ਬਾਕੀ ਦੇ ਜਿਹੜੇ ਤਿੰਨ ਸੀ ਜਿਹੜੇ ਜਥੇ ਸਨ ਉਹਨਾਂ ਨੂੰ ਵੀ ਨਾਲ ਲਾ ਕੇ ਭੇਜ ਦਿੱਤਾ ਕਿ ਹੁਣ ਇੱਕੇ ਵਾਰੀ ਇਹਨਾਂ ਦੇ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ। ਐਸ ਭਏ ਸੋ ਸਿੰਘ ਤੈ ਜਿਵ ਆਟੇ ਮੈਂ ਲੂਣ। ਇਸ ਤਰੀਕੇ ਦੇ ਨਾਲ ਸਿੱਖਾਂ ਦੀ ਗਿਣਤੀ ਹੋ ਗਈ ਜਿਵੇਂ ਆਟੇ ਦੇ ਵਿੱਚ ਲੂਣ ਹੋਵੇ। ਸੁੱਖਾ ਸਿੰਘ ਦਿਲ ਇਮ ਆਈ ਜਿਹ ਹੋਵੇ ਅਹਿਮਦ ਸ਼ਾਹ। ਜਦੋਂ ਸਾਰੀ ਫੌਜ ਇੱਕੇ ਦਮ ਆ ਗਈ ਤੇ ਭਾਈ ਸੁੱਖਾ ਸਿੰਘ ਨੇ ਸੋਚਿਆ ਕਿ ਹੁਣ ਇੰਨੀ ਵੱਡੀ ਫੌਜ ਦਾ ਮੁਕਾਬਲਾ ਕਰਨ ਨਾਲੋਂ ਚੰਗਾ ਹੈ ਕਿ ਇਹਨਾਂ ਦੇ ਮੇਨ ਆਗੂ ਜਰਨੈਲ ਨੂੰ ਮਾਰ ਦਿੱਤਾ ਜਾਵੇ। ਇਹਨਾਂ ਦੇ ਜਰਨੈਲ ਨੂੰ ਖਤਮ ਕਰ ਦਿੱਤਾ, ਭਾਵ ਕਿ ਅਬਦਾਲੀ ਨੂੰ ਖਤਮ ਕੀਤਾ ਜਾਵੇ। ਭਾਈ ਸੁੱਖਾ ਸਿੰਘ ਨੇ ਇਹ ਜਿਹੜਾ ਫੈਸਲਾ ਕਰ ਲਿਆ। ਸੋ ਹੱਥ ਮੈਂ ਜਾ ਕਰੋ ਜੇ ਕੋ ਦਏ ਬਤਾਏ। ਤਿਸ ਸੋ ਹੱਥ ਮੈਂ ਜਾ ਕਰੋ ਜੇ ਕੋ ਦਏ ਬਤਾਏ। ਭਾਈ ਸੁੱਖਾ ਸਿੰਘ ਕਹਿੰਦਾ ਜੇ ਮੈਨੂੰ ਕੋਈ ਦੱਸ ਦਵੇ ਕਿ ਅਹਿਮਦ ਸ਼ਾਹ ਅਬਦਾਲੀ ਇੱਥੇ ਖੜਾ ਹੈ ਜਾਂ ਇਸ ਘੋੜੇ ਤੇ ਜਾਂ ਇਸ ਹਾਥੀ ਤੇ ਬੈਠਾ ਹੋਇਆ ਹੈ ਤੇ ਮੈਂ ਹਿੰਮਤ ਕਰਕੇ ਦੁਸ਼ਮਣ ਨੂੰ ਚੀਰਦਿਆਂ ਹੋਇਆ ਉਥੋਂ ਤੱਕ ਪਹੁੰਚ ਕੇ ਅਬਦਾਲੀ ਨਾਲ ਦੋ ਹੱਥ ਕਰਕੇ ਅਬਦਾਲੀ ਨੂੰ ਮਾਰ ਸਕਦਾ ਹਾਂ। ਸੁੱਖਾ ਸਿੰਘ ਕਛ ਅੱਗੇ ਗਇਓ। ਕੁਛ ਸੁੱਖਾ ਸਿੰਘ ਕਛ ਅੱਗੇ ਗਇਓ। ਭਾਈ ਸੁੱਖਾ ਸਿੰਘ ਅਬਦਾਲੀ ਨੂੰ ਮਾਰਨ ਵਾਸਤੇ ਥੋੜਾ ਜਿਹਾ ਫੌਜਾਂ ਦੇ ਵਿੱਚ ਅੱਗੇ ਗਿਆ। ਪੁਸ਼ਤ ਸ਼ਾਕਿਨ ਨਾਹੇ ਬਤਾਇਓ। ਜਦੋਂ ਭਾਈ ਸੁੱਖਾ ਸਿੰਘ ਅੱਗੇ ਗਿਆ ਤੇ ਭਾਈ ਸੁੱਖਾ ਸਿੰਘ ਲਲਕਾਰ ਕੇ ਪਠਾਣਾ ਨੂੰ ਕਹਿੰਦਾ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਕਿ ਲਿਆਓ ਆਪਣਾ ਸੂਰਮਾ ਜਿਹਦੀ ਅਗਵਾਈ ਚਾਹੇ ਜਿਹਦੀ ਅਗਵਾਈ 'ਚ ਲੜਨ ਵਾਸਤੇ ਉਹਨੂੰ ਅੱਗੇ ਕਰੋ। ਐਵੇਂ ਅੱਗੇ ਹੋ ਕੇ ਤੁਸੀਂ ਆਪਣਾ ਨੁਕਸਾਨ ਨਾ ਕਰਾਵੋ ਉਹਨੂੰ, ਕਿਉਂ ਜਿੰਨੇ ਤੁਹਾਨੂੰ ਭੇਜਿਆ ਹੋਇਆ ਹੈ। ਪਰ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਭਾਈ ਸੁੱਖਾ ਸਿੰਘ ਦੀ ਭਾਸ਼ਾ ਹੀ ਨਾ ਸਮਝ ਸਕੇ, ਕਿਉਂਕਿ ਉਹ ਪਠਾਨ ਲੋਕ ਸਨ, ਕਾਬਲ ਦੀ ਧਰਤੀ ਤੋਂ ਆਏ, ਇਹ ਪੰਜਾਬ ਦੇ ਲੋਕ ਸਨ। ਇਹ ਗੱਲ ਆਪਾਂ ਸਾਰੇ ਜਾਣਦੇ ਆ ਕਿ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਭਾਸ਼ਾਵਾਂ ਹੁੰਦੀਆਂ ਹਨ। ਉਹ ਵੱਖ-ਵੱਖ ਭਾਸ਼ਾਵਾਂ ਕਿਸੇ ਨੂੰ ਸਮਝ ਹੁੰਦੀਆਂ ਹਨ, ਜਿਸ ਕਰਕੇ ਭਾਈ ਸੁੱਖਾ ਸਿੰਘ ਦੀ ਭਾਸ਼ਾ ਉਹਨਾਂ ਨੂੰ ਸਮਝ ਨਾ ਆਈ ਤੇ ਉਹਨਾਂ ਦੀ ਭਾਸ਼ਾ ਭਾਈ ਸੁੱਖਾ ਸਿੰਘ ਨੂੰ ਸਮਝ ਨਾ ਆਈ, ਜਿਸ ਕਰਕੇ ਕੋਈ ਵੀ ਜਿਹੜਾ ਵਾ ਸੁੱਖਾ ਸਿੰਘ ਨੂੰ ਦੱਸ ਨਾ ਸਕਿਆ ਕਿ ਸਾਡਾ ਜਰਨੈਲ ਇਸ ਵਕਤ ਇੱਥੇ ਖਲੋਤਾ ਹੈ ਜਾਂ ਇਸ ਜਗ੍ਹਾ ਤੇ ਬੈਠਾ ਹੋਇਆ ਹੈ। ਸਮਝੇ ਨਹਿ ਕੋ ਤਿਸਕੀ ਬਾਤ। ਕੋਈ ਵੀ ਕਿਸੇ ਦੀ ਗੱਲ ਸਮਝ ਨਾ ਸਕਿਆ। ਗਰਦ ਗੁਬਾਰ ਹੈ ਪਰ ਗਈ ਰਾਤ। ਭਾਈ ਰਤਨ ਸਿੰਘ ਜੀ ਕਹਿੰਦੇ ਸਵੇਰ ਦੇ ਲੜ ਰਹੇ ਹਨ, ਲੜਦਿਆਂ ਇਸ ਹਨੇਰਾ ਹੋ ਗਿਆ, ਰਾਤ ਪੈ ਗਈ, ਜਿਹਦੇ ਕਰਕੇ ਜਿਹੜਾ ਉਹ ਜੰਗ ਰੁਕ ਗਿਆ, ਲੜਾਈ ਰੁਕ ਗਈ। ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਦੋਂ ਲੜਾਈ ਸ਼ੁਰੂ ਹੁੰਦੀ ਸੀ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਲੜਾਈ ਸ਼ੁਰੂ ਹੋਣੀ ਤੇ ਸੂਰਜ ਦੀ ਟਿੱਕੀ ਛੁਪਦਿਆਂ ਸਾਰ ਲੜਾਈ ਬੰਦ ਹੋ ਜਾਣੀ, ਤਾਂ ਜੋ ਜਿਹੜੇ ਫੌਜੀ ਜਾਂ ਜਿਹੜੇ ਸਿਪਾਹੀ ਜ਼ਖਮੀ ਹਨ
ਜਾਂ ਜਿਹੜੇ ਮਰ ਚੁੱਕੇ ਹਨ ਉਹਨਾਂ ਦੇ ਸਰੀਰਾਂ ਨੂੰ ਸਾਂਭਿਆ ਜਾ ਸਕੇ। ਇਹ ਪ੍ਰਾਤਨ ਸਮੇਂ ਦਾ ਰੂਲ ਹੁੰਦਾ ਸੀ। ਹਰੇਕ ਜੰਗ ਦਾ ਇਹ ਰੂਲ ਹੁੰਦਾ ਸੀ, ਭਾਵੇਂ ਕਿਸੇ ਵੀ ਦੁਸ਼ਮਣ ਕਿਸੇ ਵੀ ਧਿਰ ਨੇ ਹਮਲਾ ਕੀਤਾ ਹੋਵੇ ਤੇ ਕਿਸੇ ਵੀ ਧਿਰ ਦੇ ਉੱਤੇ ਹਮਲਾ ਕੀਤਾ ਹੋਵੇ, ਇਸ ਜਿਹੜਾ ਰੀਤ ਨੂੰ ਅਪਣਾਇਆ ਜਾਂਦਾ ਸੀ। ਇਸੇ ਤਰੀਕੇ ਨਾਲ ਇੱਥੇ ਜਦੋਂ ਜੰਗ ਹੋਇਆ ਤਾਂ ਰਾਤ ਪੈਣ ਕਰਕੇ ਜਿਹੜਾ ਲੜਾਈ ਬੰਦ ਹੋ ਗਈ। ਹਾਲਾਂਕਿ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਭਾਰੇ ਪੈ ਰਹੇ ਸਨ, ਕਿਉਂਕਿ ਇੱਕੇ ਵਾਰ ਜਿਹੜਾ ਉਹਨਾਂ ਨੇ ਹੁਣ ਹਮਲਾ ਕੀਤਾ ਹੈ, ਇੱਕੇ ਵਾਰੀ ਚੌਵਾਂ ਦਸਤਿਆਂ ਨੇ 12-12 ਹਜ਼ਾਰ ਦੇ ਜਿਹੜੇ ਦਸਤੇ ਸਨ ਉਹਨਾਂ ਨੇ ਹਮਲਾ ਕੀਤਾ ਸੀ, ਜਿਸ ਕਰਕੇ ਭਾਈ ਸੁੱਖਾ ਸਿੰਘ ਅਤੇ ਸਿੱਖ ਲੜਦਿਆਂ ਹੋਇਆਂ ਥੱਕ ਵੀ ਚੁੱਕੇ ਸਨ, ਕਿਉਂਕਿ ਸਵੇਰ ਦੇ ਲੜ ਰਹੇ ਸਨ, ਗਿਣਤੀ ਥੋੜੀ ਸੀ, ਦੁਸ਼ਮਣ ਜ਼ਿਆਦਾ ਸੀ ਤੇ ਲੜਦਿਆਂ ਰਾਤ ਪੈ ਗਈ, ਜਿਹਦੇ ਕਰਕੇ ਲੜਾਈ ਬੰਦ ਹੋ ਗਈ। ਸਿੰਘ ਕੀ ਕਛੂਆ ਲੱਗੀ ਨਾ ਘਾਤ, ਸਿੰਘ ਕੀ ਕਛੂਆ ਲੱਗੀ ਨਾ ਘਾਤ। ਭਾਈ ਰਤਨ ਸਿੰਘ ਜੀ ਕਹਿੰਦੇ ਭਾਈ ਸੁੱਖਾ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਉਹ ਅਬਦਾਲੀ ਤੱਕ ਪਹੁੰਚ ਸਕੇ, ਅਬਦਾਲੀ ਨੂੰ ਮਾਰ ਸਕੇ, ਅਬਦਾਲੀ ਦਾ ਘਾਣ ਕਰ ਸਕੇ, ਪਰ ਭਾਈ ਸੁੱਖਾ ਸਿੰਘ ਜੀ ਦੇ ਜਿਹੜਾ ਉਹ ਪੇਸ਼ ਕੋਈ ਨਾ ਗਈ ਘਾਤ, ਭਾਵ ਕਿ ਦਾਓ ਉਹਦਾ ਦਾ ਕੋਈ ਨਾ ਲੱਗਾ, ਕਿਉਂਕਿ ਹਾਕਮ ਜਿਹੜਾ ਸੀ, ਅਬਦਾਲੀ ਜਿਹੜਾ ਸੀ, ਉਹ ਸਭ ਤੋਂ ਮਗਰ ਕੋਲ ਹਾਥੀ ਦੇ ਉੱਤੇ ਬੈਠਾ ਹੋਇਆ ਸੀ ਤੇ ਉਹਦੇ ਘੇਰੇ ਫੌਜ, ਉਹ ਵੀ ਕਈ ਪ੍ਰਕਾਰ ਦੀ ਫੌਜ, ਜਿਸ ਕਰਕੇ ਪਹੁੰਚਣਾ ਬੜਾ ਔਖਾ ਸੀ। ਤੇ ਭਾਈ ਸੁੱਖਾ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਕਿ ਪਹੁੰਚਿਆ ਜਾਵੇ, ਪਰ ਉਹ ਤੋਂ ਨਹੀਂ ਪਹੁੰਚਿਆ ਗਿਆ। ਅਖੀਰ ਜਦੋਂ ਰਾਤ ਹੋ ਗਈ ਤੇ ਭਾਈ ਸੁੱਖਾ ਸਿੰਘ ਆਪਣੇ ਜਥੇ ਵੱਲ ਆ ਗਏ ਤੇ ਜਿਹੜੀ ਦੁਸ਼ਮਣ ਦੀ ਫੌਜ ਸੀ ਉਹ ਆਪਣੇ ਜਥਿਆਂ ਵੱਲ, ਆਪਣੇ ਡੇਰਿਆਂ ਵੱਲ ਨੂੰ ਮੁੜ ਗਈ। ਇਸ ਤਰੀਕੇ ਨਾਲ ਪਹਿਲੇ ਰਾਤ ਦਿਨ ਦੀ ਲੜਾਈ ਉਹ ਜਿਹੜੀ ਬੰਦ ਹੋ ਗਈ, ਜਿਹਦੇ ਵਿੱਚ ਸਿੱਖ ਵੀ ਕਾਫੀ ਮਾਤਰਾ 'ਚ ਸ਼ਹੀਦ ਹੋਏ, ਪਰ ਉਹਨੂੰ ਵੀ ਦੁਗਣੇ ਤਿਗਣੇ ਜਿਹੜੇ ਅਬਦਾਲੀ ਦਾ ਨੁਕਸਾਨ ਹੋਇਆ। ਬਹੁਤ ਸਾਰੇ ਫੌਜੀ ਅਬਦਾਲੀ ਦੇ ਜਿਹੜੇ ਮਾਰੇ ਗਏ, ਕਿਉਂਕਿ ਸਿੱਖਾਂ ਨੇ ਬੜਾ ਡਟ ਕੇ ਇਸ ਜੰਗ ਦਾ ਮੁਕਾਬਲਾ ਕੀਤਾ ਸੀ। ਅਗਲੇਰੇ ਪ੍ਰਸੰਗ ਨੂੰ ਭਾਈ ਜੀ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।